ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰ। ਤਿਤ ਘਰ ਗਾਵੋ ਸੋਹਿਲਾ ਸਿਮਰਹੁ ਸਿਰਜਣਹਾਰੋ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਤਿਤ ਘਰ ਗਾਵੋ ਸੋਹਿਲਾ ਸਿਮਰਹੁ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜਿਹੜੇ ਸੰਭਾਲੀਆਂ ਦੇਖੇਗਾ ਦੇਵਨਹਾਰ। ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸਮਾਰ। ਸੰਮਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ। ਦੇਹੋ ਸੱਜਣਾ ਸੀਸੜੀਆਂ ਜੋ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਨ। ਸੱਦਣ ਹਾਰਾ ਸਿਮਰਿਐ ਨਾਨਕ ਸੇ ਦੇਹ ਆਵਨ। ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਨ। ਸੱਦਣ ਹਾਰਾ ਸਿਮਰਿਐ ਨਾਨਕ ਸੇ ਦੇਹ ਆਵਨ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਦੀ ਪਵਿੱਤਰ ਬਾਣੀ ਦਾ ਹੁਕਮ ਹੈ, ਵਡ ਭਾਗੀ ਹਰ ਸੰਗਤ ਪਾਵੈ ਹੈ। ਭਾਗਹੀਨ ਭ੍ਰਮ ਚੋਟਾਂ ਖਾਵੈ ਹੈ। ਬਿਨ ਭਾਗਾਂ ਸਤ ਸੰਗ ਨ ਲੱਭੈ। ਬਿਨ ਸੰਗਤ ਮੈਲ ਭਰੀਜੈ ਜੀਓ। ਸੰਗਤ ਵਿੱਚ ਆ ਕੇ ਹੀ ਸਾਨੂੰ ਗੁਰਬਾਣੀ ਸੁਣਨ ਦਾ, ਗੁਰਬਾਣੀ ਪੜ੍ਹਨ ਦਾ, ਗੁਰਬਾਣੀ ਦੇ ਕੀਰਤਨ ਕਰਨ ਦਾ, ਗੁਰਬਾਣੀ ਦੀ ਵਿਚਾਰ ਸੁਣਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਆਪ ਸੰਗਤਾਂ ਵਡਭਾਗੀ ਹੋ। ਪਿਛਲੇ ਦਿਨਾਂ ਤੋਂ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਸਭ ਤੋਂ ਪਹਿਲਾਂ ਸਭ ਤੋਂ ਪ੍ਰਥਮ ਤੇ ਪ੍ਰਧਾਨ ਬਾਣੀ ਜਪਜੀ ਸਾਹਿਬ ਜੀ ਦੀ ਕਥਾ ਆਪ ਸੰਗਤਾਂ ਨੇ ਸਰਵਣ ਕੀਤੀ। ਗੁਰਸਿੱਖ ਅੰਮ੍ਰਿਤ ਵੇਲੇ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਸਨ। ਸ਼ਾਮ ਦੇ ਸਮੇਂ ਸੰਧਿਆ ਦੇ ਕਾਲ ਦੂਸਰੀ ਬਾਣੀ ਜਿਸ ਨੂੰ ਸੋਦਰ ਰਹਿਰਾ ਸਾਹਿਬ ਜੀ ਦਾ ਨਾਮ ਦਿੱਤਾ ਗਿਆ ਹੈ, ਉਹਦਾ ਗੁਰਸਿੱਖ ਪਾਠ ਕਰਦੇ ਸਨ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ
ਗੁਰਸਿੱਖ 3 ਬਾਣੀਆਂ ਦਾ ਨਿਤਨੇਮ ਕਰਦੇ ਸਨ। ਅੰਮ੍ਰਿਤ ਵੇਲੇ ਜਪਜੀ ਸਾਹਿਬ, ਸੰਧਿਆ ਸਮੇਂ ਰਹਿਰਾਸ ਸਾਹਿਬ ਜੀ ਦਾ ਪਾਠ ਅਤੇ ਸੌਣ ਲੱਗਿਆਂ ਸੋਹਲੇ ਬਾਣੀ ਦਾ ਪਾਠ ਕੀਤਾ ਜਾਂਦਾ ਸੀ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ 3 ਬਾਣੀਆਂ ਦਾ ਪਾਠ ਸ਼ੁਰੂ ਹੋ ਚੁੱਕਿਆ ਸੀ, ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਸੰਜੈ ਸੋਦਰ ਗਾਵਣਾ ਮਨ ਮੇਲੀ ਕਰ ਮੇਲ ਮਿਲੰਦੇ, ਰਾਤੀ ਕੀਰਤ ਸੋਹਿਲਾ ਕਰ ਆਰਤੀ ਪ੍ਰਸਾਦ ਵਡੰਦੇ। ਇਹ ਇੱਕ ਪੁਖਤਾ ਗਵਾਹੀ ਸਾਨੂੰ ਮਿਲਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹਨਾਂ ਪੰਕਤੀਆਂ ਵਿੱਚ ਇਹ ਗੱਲ ਸਪਸ਼ਟ ਕੀਤੀ ਹੈ, ਸ਼ਾਮ ਦੇ ਸਮੇਂ ਸੋਦਰ ਬਾਣੀ ਦਾ ਜਾਪ ਹੁੰਦਾ ਸੀ, ਰਾਤ ਦੇ ਸਮੇਂ ਕੀਰਤਨ ਸੁਹਿਲਾ ਤੇ ਨਾਲ ਹੀ ਆਰਤੀ ਦਾ ਉਚਾਰਨ ਕੀਤਾ ਜਾਂਦਾ ਸੀ। ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਤੋਂ ਹੀ ਮਰਜ਼ਾਦਾ ਆਰੰਭ ਹੋ ਚੁੱਕੀ ਸੀ। 5ਵੇਂ ਪਾਤਸ਼ਾਹ ਦੇ ਸਮੇਂ ਸੋਦਰ ਦੇ ਨਾਲ ਕੁਝ ਹੋਰ ਸ਼ਬਦਾਂ ਨੂੰ ਜੋੜਿਆ ਗਿਆ। ਸੋਹਲੇ ਬਾਣੀ ਦੇ ਨਾਲ ਵੀ ਕੁਝ ਹੋਰ ਸ਼ਬਦਾਂ ਨੂੰ ਜੋੜ ਕੇ 5 ਸ਼ਬਦ ਕੀਤੇ ਗਏ। ਇਸ ਢੰਗ ਦੇ ਨਾਲ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ ਨਿਤਨੇਮ ਦੀਆਂ ਬਾਣੀਆਂ ਦੇ ਵਿੱਚ ਕੁਝ ਨਾ ਕੁਝ ਵਾਧਾ ਹੋਇਆ ਹੈ। ਇਸੇ ਤਰ੍ਹਾਂ 10ਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ 1699 ਦੀ ਵਿਸਾਖੀ ਨੂੰ ਜਦੋਂ ਖਾਲਸੇ ਪੰਥ ਦੀ ਸਿਰਜਣਾ ਕੀਤੀ ਤਾਂ ਉਸ ਵੇਲੇ ਜੋ ਖਾਲਸੇ ਨੂੰ ਅੰਮ੍ਰਿਤਧਾਰੀ ਸਿੰਘਾਂ ਨੂੰ ਸਤਿਗੁਰੂ ਨੇ ਨਿਤਨੇਮ ਬਖਸ਼ਿਆ ਹੈ, 3 ਬਾਣੀਆਂ ਤੇ ਪਹਿਲਾਂ ਹੀ ਮੌਜੂਦ ਸਨ, ਜੋ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਹੀ ਗੁਰਸਿੱਖਾਂ ਦਾ ਨਿਤਨੇਮ ਚੱਲਿਆ ਆ ਰਿਹਾ ਸੀ। 5ਵੇਂ ਪਾਤਸ਼ਾਹ ਨੇ ਉਹਦੇ ਵਿੱਚ ਕੁਝ ਵਾਧਾ ਕੀਤਾ। ਕਲਗੀਧਰ ਪਾਤਸ਼ਾਹ ਨੇ ਅੰਮ੍ਰਿਤ ਵੇਲੇ ਦਾ ਨਿਤਨੇਮ ਅੰਮ੍ਰਿਤ ਦੀਆਂ 5 ਬਾਣੀਆਂ ਨਿਯਤ ਕਰ ਦਿੱਤੀਆਂ, ਜਪਜੀ ਸਾਹਿਬ, ਜਾਪ ਸਾਹਿਬ, ਸੁਦਾ ਸਵਈਏ, ਚੌਪੀ ਤੇ ਆਨੰਦ ਸਾਹਿਬ। ਕਿਉਂਕਿ ਰਹਿਰਾਸ ਤੇ ਕੀਰਤਨ ਸੁਹਿਲਾ ਇਹ 5 ਬਾਣੀਆਂ ਤੋਂ ਵੱਖਰਾ ਨਿਤਨੇਮ ਪਹਿਲਾਂ ਤੋਂ ਹੀ ਚੱਲਿਆ ਆ ਰਿਹਾ ਸੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਰਹਿਰਾਸ ਸਾਹਿਬ ਜੀ ਦੇ ਪਾਠ ਦੇ ਵਿੱਚ ਵੀ ਕੁਝ ਵਾਧਾ ਕੀਤਾ ਗਿਆ, ਜਿਹਦੇ ਵਿੱਚ ਕਲਗੀਧਰ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਬਾਣੀ ਕਵਿਓ ਬਾਜ ਬੇਨਤੀ ਚੌਪੀ ਤੇ ਉਸ ਦੇ ਨਾਲ ਅੱਗੇ ਚੱਲ ਕੇ ਅੜਿਲ ਤੇ ਕੁਝ ਹੋਰ ਦੋਹਰੇ ਚੌਪੀਆਂ ਰਲਾ ਕੇ ਪਾਏ ਗਏ ਜਬਤੇ ਤੁਮਰੇ ਇਹ ਸਵਈਆ ਤੇ ਨਾਲ ਦੋਹਰਾ ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜਿਆਸ ਗੋਬਿੰਦ ਦਾਸ ਤੁਹਾਰ। ਚੌਪੀ ਸਾਹਿਬ ਤੋਂ ਲੈ ਕੇ ਦੋਹਰੇ ਤੱਕ ਕਲਗੀਧਰ ਪਾਤਸ਼ਾਹ ਦੀਆਂ ਬਾਣੀਆਂ ਵੀ ਰਹਿਰਾਸ ਸਾਹਿਬ ਜੀ ਦੇ ਪਾਠ ਵਿੱਚ ਸ਼ਾਮਲ ਕੀਤੀਆਂ ਗਈਆਂ ਅਤੇ ਉਹਦੇ ਨਾਲ ਹੀ ਰਾਮਕਲੀ ਮਹੱਲਾ ਤੀਜਾ ਆਨੰਦ ਸਾਹਿਬ ਕੁਝ ਹੋਰ ਨਾਲ ਸ਼ਬਦ ਜੋੜ ਕੇ ਫਿਰ ਸਮਾਪਤੀ ਕੀਤੀ ਗਈ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ, ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ 5 ਗ੍ਰੰਥੀ ਪੋਥੀ ਦੇ ਅੰਦਰ ਜੋ ਰਹਿਰਾਸ ਸਾਹਿਬ ਜੀ ਦਾ ਸੰਪੂਰਨ ਪਾਠ ਲਿਖਿਆ ਹੈ, ਇਸ ਗੱਲ ਤੋਂ ਪਤਾ ਲੱਗਦਾ ਹੈ ਵੀ ਕਲਗੀਧਰ ਪਾਤਸ਼ਾਹ ਦੇ ਸਮੇਂ ਜਿਤਨੇ ਵੀ ਗੁਰਸਿੱਖ ਸਨ ਉਹ ਸੰਪੂਰਨ ਰਹਿਰਾਸ ਸਾਹਿਬ ਜੀ ਦਾ ਪਾਠ ਕਰਦੇ ਸਨ।
ਜਿਹਦੇ ਵਿੱਚ ਚੌਪੀ ਤੇ ਨਾਲ ਦੋਹਰੇ ਵੀ ਪੜ੍ਹੇ ਜਾਂਦੇ ਸਨ। ਉਸ ਤੋਂ ਬਾਅਦ ਵਿੱਚ ਕੁਛ ਬਾਣੀ ਘਟਾਈ ਵੀ ਗਈ ਹੈ, ਪਰ ਕੁਝ ਪੁਰਾਤਨ ਸੰਸਥਾਵਾਂ ਤੇ ਸਾਡੇ 2 ਤਖਤ ਨੇ, ਸ਼੍ਰੀ ਪਟਨਾ ਸਾਹਿਬ ਤੇ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ, ਉੱਥੇ ਸੰਪੂਰਨ ਤੇ ਵੱਡੀਆਂ ਰਹਿਰਾਸ ਸਾਹਿਬਾਂ ਦੇ ਪਾਠ ਹੀ ਹੁੰਦੇ ਨੇ। ਸੋ ਰਹੋ ਵਿਚਾਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ 3 ਬਾਣੀਆਂ ਦਾ ਨਿਤਨੇਮ ਗੁਰਸਿੱਖਾਂ ਦਾ ਆਰੰਭ ਹੋ ਚੁੱਕਿਆ ਸੀ, ਜੋ ਇੱਥੇ ਆਪ ਸੰਗਤਾਂ ਸਰਵਣ ਕਰ ਰਹੇ ਹੋ। ਅੰਮ੍ਰਿਤ ਵੇਲੇ ਜਪਜੀ ਸਾਹਿਬ, ਸੰਧਿਆ ਸਮੇਂ ਰਹਿਰਾਸ, ਸਾਉਣ ਤੋਂ ਪਹਿਲਾਂ ਕੀਰਤਨ ਸੋਹਿਲੇ ਜੀ ਦਾ ਪਾਠ ਵੀ ਕੀਤਾ ਜਾਂਦਾ ਸੀ। ਔਰ ਇਸ ਪਾਠ ਦੇ ਨਾਲ ਹੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹ ਵੀ ਜ਼ਿਕਰ ਕੀਤਾ ਹੈ, ਰਾਤੀ ਆਰਤੀ ਸੋਹਿਲਾ ਮਾਇਆ ਵਿੱਚ ਉਦਾਸ ਰਹਾਇਆ। ਇਹ ਗੁਰਸਿੱਖਾਂ ਦਾ ਜੀਵਨ ਸੀ। ਰਾਤ ਦੇ ਸਮੇਂ ਸੋਹਿਲੇ ਦਾ ਪਾਠ ਜ਼ਰੂਰ ਕਰਦੇ ਸਨ। ਅਤੇ ਗੁਰਪ੍ਰਤਾਪ ਸੂਰਜ ਦੇ ਵਿੱਚ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਵੀ ਲਿਖਿਆ ਹੈ, ਸਿਮਰਨ ਸਤ ਨਾਮ ਕੋ ਕਰੈਂ, ਸੁਪਤਨ ਸਮੇਂ ਸੋਹਿਲਾ ਰਰੈਂ, ਬਿਗਨ ਅਨੇਕਨ ਕੋ ਹੋਏ ਨਾਸ, ਸਦਾ ਤਰੈਂ ਸਤਿਗੁਰ ਕੀ ਆਸ। ਇਹ ਵੀ ਇਸ ਗੱਲ ਦੀ ਇਤਿਹਾਸਕ ਗਵਾਹੀ ਹੈ ਵੀ ਸਾਉਣ ਸਮੇਂ ਸੋਹਿਲੇ ਬਾਣੀ ਦਾ ਪਾਠ ਉਚਾਰਨ ਕਰਨ ਦੀ ਮਰਜ਼ਾਦਾ ਪੁਰਾਤਨ ਚਲੀ ਆਉਂਦੀ ਸੀ। ਜਿਹੜੀ ਪੁਰਾਤਨ ਜਨਮ ਸਾਖੀ ਹੈ ਉਹਦੇ ਵਿੱਚ ਵੀ ਇਹ ਜ਼ਿਕਰ ਆਇਆ ਹੈ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਸਮੇਂ ਵੀ ਸੋਹਿਲੇ ਬਾਣੀ ਦਾ ਪਾਠ ਸਾਉਣ ਵੇਲੇ ਹੀ ਕੀਤਾ ਜਾਂਦਾ ਸੀ। ਇੱਕ ਐਸਾ ਵੀ ਪ੍ਰਸੰਗ ਆਇਆ ਹੈ, ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਉਣ ਲੱਗੇ ਤਾਂ ਉਸ ਵੇਲੇ ਸਤਿਗੁਰੂ ਨੇ ਹੁਕਮ ਕੀਤਾ ਸੰਗਤ ਨੂੰ ਬਈ ਸੋਹਿਲਾ ਪੜ੍ਹੋ। ਤਾਂ ਉਸ ਵੇਲੇ ਅੰਤਮ ਸਮੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸੋਹਿਲੇ ਬਾਣੀ ਦਾ ਪਾਠ ਵੀ ਕਰਵਾਇਆ, ਜੋ ਅੱਜ ਕੱਲ੍ਹ ਵੀ ਸਾਡੇ ਸਿੱਖ ਜਗਤ ਦੀ ਮਰਜ਼ਾਦਾ ਬਣੀ ਹੋਈ ਹੈ। ਜਦੋਂ ਵੀ ਕੋਈ ਪੁਰਾਣੀ ਚੜ੍ਹਾਈ ਕਰ ਜਾਵੇ ਤਾਂ ਉਸ ਵੇਲੇ ਸੰਸਕਾਰ ਦੇ ਸਮੇਂ ਸੋਹਿਲੇ ਬਾਣੀ ਦਾ ਪਾਠ ਵੀ ਕੀਤਾ ਜਾਂਦਾ ਹੈ। ਸੋਹਿਲਾ ਇਸ ਬਾਣੀ ਦਾ ਸਿਰਲੇਖ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਲਿਖਿਆ ਹੈ। ਪਹਿਲੇ ਪਹਿਲ ਇਸ ਬਾਣੀ ਨੂੰ ਕੇਵਲ ਸੋਹਿਲਾ ਹੀ ਆਖਿਆ ਜਾਂਦਾ ਸੀ, ਕਿਉਂਕਿ ਪਹਿਲੇ ਸ਼ਬਦ ਵਿੱਚ ਹਜ਼ੂਰ ਨੇ ਰਹਾਉ ਦੀਆਂ ਪੰਕਤੀਆਂ ਵਿੱਚ ਇਸ ਸ਼ਬਦ ਦੀ ਵਰਤੋਂ ਕੀਤੀ ਹੈ। ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਇੱਥੇ ਸੋਹਿਲਾ ਸ਼ਬਦ 2 ਵਾਰੀ ਸਤਿਗੁਰੂ ਨੇ ਰਹਾਉ ਦੀਆਂ ਪੰਕਤੀਆਂ ਵਿੱਚ ਉਚਾਰਨ ਕੀਤਾ ਹੈ, ਜਿੱਥੋਂ ਸੋਹਿਲਾ ਬਾਣੀ ਦਾ ਨਾਮ ਪਿਆ ਹੈ। ਦੂਸਰਾ, ਕਈ ਪ੍ਰੇਮੀ ਇਸ ਬਾਣੀ ਨੂੰ ਕੀਰਤਨ ਸੋਹਿਲਾ ਵੀ ਕਹਿੰਦੇ ਨੇ। ਕੀਰਤਨ ਸੋਹਿਲਾ, ਕੀਰਤਨ ਸ਼ਬਦ ਇਸ ਦੇ ਨਾਲ ਕਿਵੇਂ ਜੁੜਿਆ ਹੈ, ਇਹਦੇ ਬਾਰੇ ਵੀ ਇਤਿਹਾਸਕ ਤੱਥਾਂ ਤੋਂ ਤੇ ਚਲਦੀ ਇਤਿਹਾਸਕ ਮਰਜ਼ਾਦਾ ਤੋਂ ਸਾਨੂੰ ਪਤਾ ਲੱਗ ਰਿਹਾ ਹੈ। ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਬਾਅਦ ਕੁਝ ਸਮਾਂ ਕੀਰਤਨ ਹੁੰਦਾ ਸੀ ਤੇ ਕੀਰਤਨ ਦੇ ਨਾਲ ਹੀ ਸੋਹਿਲੇ ਬਾਣੀ ਦਾ ਉਚਾਰਨ ਕੀਤਾ ਜਾਂਦਾ ਸੀ। ਜਿਵੇਂ ਹੁਣ ਵੀ ਸਾਡੇ ਧਾਰਮਿਕ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਬਾਅਦ ਕੀਰਤਨ ਹੁੰਦਾ ਹੈ ਤੇ ਕੀਰਤਨ ਤੋਂ ਬਾਅਦ ਸੁਖਾਸਨ ਦੇ ਸਮੇਂ ਸੋਹਿਲੇ ਦਾ ਪਾਠ ਕੀਤਾ ਜਾਂਦਾ ਹੈ। ਕੀਰਤਨ ਦੇ ਨਾਲ ਸੋਹਿਲੇ ਬਾਣੀ ਦਾ ਉਚਾਰਨ ਹੋਣ ਕਰਕੇ ਇਸ ਬਾਣੀ ਨੂੰ ਕੀਰਤਨ ਸੋਹਿਲਾ ਵੀ ਗੁਰਸਿੱਖ ਕਹਿਣ ਲੱਗ ਪਏ। ਤੀਸਰਾ, ਇਸ ਬਾਣੀ ਦਾ ਨਾਮ ਆਰਤੀ ਸੋਹਿਲਾ ਵੀ ਪੁਰਾਤਨ ਗੁਰਸਿੱਖ ਲਿਆ ਕਰਦੇ ਸਨ, ਕਿਉਂ ਇਸ ਪਾਵਨ ਬਾਣੀ ਦੇ ਨਾਲ ਆਰਤੀ ਦਾ ਵੀ ਉਚਾਰਨ ਹੁੰਦਾ ਸੀ। ਬਲਕਿ ਸੋਹਿਲੇ ਬਾਣੀ ਦੇ ਵਿੱਚ ਅੱਗੇ ਰਾਗ ਧਨਾਸਰੀ ਦਾ ਸ਼ਬਦ ਆਇਆ ਹੈ,
ਜੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਗगन ਮੈਂ ਥਾਲ ਰਾਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ। ਇਹ ਜਿਹੜਾ ਆਰਤੀ ਸ਼ਬਦ ਹੈ, ਇਸ ਲਈ ਇਹ ਇਸ ਬਾਣੀ ਦੇ ਵਿੱਚ ਅੰਕਿਤ ਹੋਣ ਕਰਕੇ ਸੋਹਿਲਾ ਤੇ ਆਰਤੀ ਸ਼ਬਦ ਇਸ ਬਾਣੀ ਦੇ ਵਿੱਚ ਆਏ ਨੇ। ਇਸ ਲਈ ਪ੍ਰਾਤਨ ਗੁਰਸਿੱਖ ਇਸ ਨੂੰ ਆਰਤੀ ਸੋਹਿਲਾ ਕਹਿ ਕੇ ਵੀ ਉਚਾਰਨ ਕਰਦੇ ਸਨ। ਜਿਵੇਂ ਭਾਈ ਗੁਰਦਾਸ ਜੀ ਨੇ ਰਾਤੀ ਆਰਤੀ ਸੋਹਿਲਾ ਮਾਇਆ ਵਿੱਚ ਉਦਾਸ ਰਹਾਇਆ ਇਹ ਜ਼ਿਕਰ ਕੀਤਾ ਹੈ। ਇਹ ਵਿਚਾਰ ਇਸ ਲਈ ਸੁਣਾਈ ਜਾ ਰਹੀ ਹੈ। ਇਸ ਬਾਣੀ ਦਾ ਅਸਲੀ ਨਾਮ ਹੈ ਸੋਹਿਲਾ, ਤੇ ਕੀਰਤਨ ਸੋਹਿਲਾ ਵੀ ਤੇ ਆਰਤੀ ਸੋਹਿਲਾ ਵੀ ਇਸ ਨੂੰ ਉਚਾਰਨ ਕੀਤਾ ਜਾਂਦਾ ਰਿਹਾ ਹੈ। ਤੇ ਹੁਣ ਵੀ ਕਈ ਪ੍ਰੇਮੀ ਕੀਰਤਨ ਸੋਹਿਲਾ ਹੀ ਇਸ ਨੂੰ ਉਚਾਰਨ ਕਰਦੇ ਨੇ, ਕਿਉਂਕਿ ਕੀਰਤਨ ਦੇ ਨਾਲ ਇਸ ਬਾਣੀ ਦਾ ਪਾਠ ਕੀਤਾ ਜਾਂਦਾ ਸੀ, ਜਿਵੇਂ ਕਿ ਦਰਬਾਰ ਸਾਹਿਬ ਹੁਣ ਵੀ ਹੋ ਰਿਹਾ ਹੈ। ਔਰ ਇਸੇ ਤਰ੍ਹਾਂ ਸਤਵੇਂ ਪਾਤਸ਼ਾਹ ਦੇ ਸਮੇਂ ਵੀ ਇੱਕ ਹੁਕਮਨਾਮਾ ਮਿਲਦਾ ਹੈ। ਉਹਨਾਂ ਨੇ ਵੀ ਸੰਗਤ ਨੂੰ ਉਸ ਹੁਕਮਨਾਮੇ ਦੇ ਵਿੱਚ ਇਹ ਹਦਾਇਤ ਕੀਤੀ ਸੀ ਵੀ ਸੰਗਤ ਜੀ ਤੁਸਾਂ ਆਰਤੀ ਸੋਹਿਲਾ ਕਰਨਾ। ਬਈ ਜਿੱਥੇ ਵੀ ਤੁਸੀਂ ਰਹਿੰਦੇ ਹੋ ਉੱਥੇ ਸ਼ਾਮ ਦੇ ਸਮੇਂ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਬਾਅਦ ਆਰਤੀ ਤੇ ਨਾਲ ਸੋਹਿਲੇ ਬਾਣੀ ਦਾ ਪਾਠ ਜ਼ਰੂਰ ਕਰਨਾ ਹੈ। ਤਕਰੀਬਨ ਸਾਰੇ ਗੁਰੂ ਘਰਾਂ ਦੇ ਵਿੱਚ ਇਹ ਮਰਜ਼ਾਦਾ ਹੁਣ ਚਲੀ ਹੀ ਆ ਰਹੀ ਹੈ। ਸੁਖਾਸਨ ਦੇ ਸਮੇਂ ਸੋਹਿਲਾ ਪੜ੍ਹਿਆ ਹੀ ਜਾਂਦਾ ਹੈ। ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਤੋਂ ਮਰਜ਼ਾਦਾ ਜਿਉਂ ਦੀ ਤਿਉਂ ਚਲੀ ਆ ਰਹੀ ਹੈ। ਔਰ ਇਸ ਬਾਣੀ ਦੇ ਨਾਲ ਕੁਝ ਹੋਰ ਇਤਿਹਾਸਕ ਪ੍ਰਸੰਗ ਵੀ ਜੁੜੇ ਹੋਏ ਨੇ। ਔਰ ਉਹ ਕਿਹੜੇ ਇਤਿਹਾਸਕ ਪ੍ਰਸੰਗ ਨੇ? ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਇਹ ਕੋਈ ਅਜਾਲੀ ਸਿੱਖ ਸੀ। ਦਿਨ ਦੇ ਸਮੇਂ ਉਹ ਨਾਲੇ ਤੇ ਜੰਗਲ ਦੇ ਵਿੱਚ ਪਸ਼ੂ ਚਾਰ ਰਿਹਾ ਸੀ ਤੇ ਨਾਲ ਦੀ ਨਾਲ ਉਹ ਇਸ ਸੋਹਿਲੇ ਬਾਣੀ ਦਾ ਬੜੇ ਲੈ ਤਾਰ ਤੇ ਇਕਾਗਰਤਾ ਦੇ ਨਾਲ ਉੱਚੀ ਉਚਾਰਨ ਕਰ ਰਿਹਾ ਸੀ। ਔਰ ਉਹ ਇੰਨਾ ਮਗਨ ਹੋਇਆ, ਇੰਨਾ ਮਸਤ ਹੋਇਆ, ਉਸ ਨੂੰ ਆਪਣੇ ਆਪੇ ਦਾ ਵੀ ਚੇਤਾ ਭੁੱਲ ਗਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਐਸੀ ਸੁਰਤ ਜੁੜੀ ਔਰ ਉਹ ਅਜਾਲੀ ਜੰਗਲ ਦੇ ਵਿੱਚ ਸੋਹਿਲੇ ਬਾਣੀ ਦਾ ਉੱਚੀ ਉਚਾਰਨ ਕਰ ਰਿਹਾ ਹੈ। ਉਸ ਦੀ ਇੰਨੀ ਬਿਰਤੀ ਬਾਣੀ ਦੇ ਵਿੱਚ ਖੁੱਭ ਗਈ, ਉਸ ਨੂੰ ਆਪਣੇ ਸਰੀਰ ਦਾ ਜੀ ਜਹਾਨ ਦਾ ਚੇਤਾ ਹੀ ਭੁੱਲ ਗਿਆ। ਕਈ ਵਾਰੀ ਕੰਡਿਆਂ ਤੇ ਪੈਰ ਰੱਖ ਦਿੰਦਾ ਹੈ, ਪੈਰਾਂ ਨੂੰ ਕੰਡੇ ਚੁੱਭਦੇ ਨੇ ਪਰ ਉਸ ਨੂੰ ਮਾਲੂਮ ਹੀ ਕੁਝ ਨਹੀਂ ਹੁੰਦਾ। ਕੰਡਿਆਲੀਆਂ ਝਾੜੀਆਂ ਦੇ ਵਿੱਚ ਤੁਰਿਆ ਫਿਰਦਾ ਹੈ, ਲੱਤਾਂ ਨੂੰ ਜਿਸਮ ਨੂੰ ਕੰਡੇ ਚੁੱਭਦੇ ਨੇ ਪਰ ਮਹਿਸੂਸ ਨਹੀਂ ਹੁੰਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੁਪਹਿਰ ਦੇ ਸਮੇਂ ਆਰਾਮ ਫਰਮਾ ਰਹੇ ਸਨ। ਭਾਈ ਲਹਿਣਾ ਸੇਵਾ ਕਰ ਰਿਹਾ ਸੀ। ਉਸਨੇ ਕੀ ਅਚਰਜ ਡਿੱਠਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪੈਰਾਂ ਦੇ ਵਿੱਚੋਂ ਤੇ ਲੱਤਾਂ ਦੇ ਵਿੱਚੋਂ ਖੂਨ ਸਿਮ ਰਿਹਾ ਹੈ। ਭਾਈ ਲਹਿਣਾ ਹੈਰਾਨ ਹੋਇਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਇਹ ਕੀ ਕਾਰਨ ਹੈ? ਤੁਹਾਡੇ ਪੈਰਾਂ ਦੇ ਵਿੱਚੋਂ ਲੱਤਾਂ ਦੇ ਵਿੱਚੋਂ ਲਹੂ ਸਿਮ ਰਿਹਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਿਹਰਾਂ ਦੇ ਸਾਈਂ ਕਹਿਣ ਲੱਗੇ, ਭਾਈ ਲਹਿਣਿਆ ਇੱਕ ਅਜਾਲੀ ਸਿੱਖ ਹੈ, ਉਹ ਬੜੇ ਪਿਆਰ ਨਾਲ ਬੜੀ ਸ਼ਰਧਾ ਦੇ ਨਾਲ ਸੋਹਿਲਾ ਪੜ੍ਹੀ ਜਾ ਰਿਹਾ ਹੈ ਔਰ ਉਹਨੇ ਇੰਨਾ ਸਾਡੇ ਨਾਲ ਮਨ ਜੋੜਿਆ ਹੋਇਆ ਹੈ ਔਰ ਉਹ ਕੰਡਿਆਲੀਆਂ ਝਾੜੀਆਂ ਦੇ ਵਿੱਚ ਤੁਰਿਆ ਫਿਰਦਾ ਹੈ। ਉਹਦੇ ਪੈਰ ਕੰਡਿਆਂ ਤੇ ਟਿਕਦੇ ਨੇ ਪਰ ਉਹਦੇ ਅੰਦਰ ਬਾਣੀ ਵਸੀ ਹੈ। ਬਾਣੀ ਗੁਰੂ ਹੈ, ਬਾਣੀ ਗੁਰੂ ਦਾ ਰੂਪ ਹੈ ਤੇ ਗੁਰੂ ਬਾਣੀ ਦਾ ਰੂਪ ਨੇ। ਉਹ ਮਗਨ ਹੋ ਕੇ ਇਕਾਗਰਤਾ ਵਿੱਚ ਬਾਣੀ ਪੜ੍ਹ ਰਿਹਾ ਹੈ। ਭਾਵੇਂ ਕੰਡੇ ਵੱਜਦੇ ਉਸ ਨੂੰ ਨੇ ਪਰ ਉਹਦਾ ਅਸਰ ਸਾਡੇ ਤੇ ਹੋ ਰਿਹਾ ਹੈ, ਕਿਉਂਕਿ ਬਾਣੀ ਗੁਰੂ ਦਾ ਸਰੂਪ ਹੈ। ਭਾਈ ਲਹਿਣਾ ਹੈਰਾਨ ਹੋਇਆ, ਕਹਿਣ ਲੱਗਾ, ਸੱਚੇ ਪਾਤਸ਼ਾਹ ਉਹ ਹੈ ਕਿੱਥੇ?
ਤਾਂ ਉਸ ਵੇਲੇ ਹਾਜ਼ੂਰ ਨੇ ਉਸ ਨੂੰ ਦੱਸਿਆ ਵੀ ਆਹ ਦਿਸ਼ਾ ਵੱਲ ਜਾ, ਉੱਥੇ ਉਹ ਅਜਾਲੀ ਸਿੱਖ ਇਸ ਬਾਣੀ ਦਾ ਪਾਠ ਕਰ ਰਿਹਾ ਹੈ, ਉਸ ਨੂੰ ਸਾਡੇ ਪਾਸ ਲਿਆ। ਭਾਈ ਲਹਿਣਾ ਗਿਆ, ਉਸ ਅਜਾਲੀ ਸਿੱਖ ਨੂੰ ਧੰਨ ਗੁਰੂ ਨਾਨਕ ਤੇ ਮਹਾਰਾਜ ਦੇ ਪਾਸ ਲੈ ਆਇਆ ਤੇ ਨਾਲ ਹੀ ਸਤਿਗੁਰੂ ਮਹਾਰਾਜ ਦੇ ਪੈਰਾਂ ਤੇ ਲੱਤਾਂ ਤੇ ਜ਼ਖਮ ਦਿਖਾਏ। ਅਜਾਲੀ ਸਿੱਖ ਬਹੁਤ ਘਬਰਾਇਆ, ਕਹਿਣ ਲੱਗਾ, ਦੱਸੋ ਇਹ ਅਵਗਿਆ ਕਿਵੇਂ ਹੋਈ ਹੈ? ਆਪ ਜੀ ਨੂੰ ਜ਼ਖਮ ਕਿਵੇਂ ਆਏ ਨੇ? ਤਾਂ ਸਤਿਗੁਰੂ ਨੇ ਆਖਿਆ, ਗੁਰਸਿੱਖਾ, ਇਹ ਬਾਣੀ ਦਾ ਪਾਠ ਸੌਣ ਵੇਲੇ ਕਰਨਾ ਚਾਹੀਦਾ ਤੇ ਤੂੰ ਦਿਨ ਵੇਲੇ ਪਾਠ ਕਰ ਰਿਹਾ ਸੀ ਤੇ ਪਾਠ ਕਰਨ ਦੇ ਸਮੇਂ ਇੰਨਾ ਧਿਆਨ ਤੇਰਾ ਜੁੜਿਆ ਹੋਇਆ ਸੀ, ਤੇਰੇ ਅੰਦਰ ਅਸੀਂ ਬੈਠੇ ਸਾਂ, ਗੁਰਸਿੱਖਾਂ ਅੰਦਰ ਸਤਿਗੁਰ ਵਰਤੈ ਤੇ ਉਸ ਵੇਲੇ ਤੈਨੂੰ ਆਪਣੇ ਸਰੀਰ ਦੀ ਸੁੱਧ ਬੁੱਧ ਹੀ ਨਹੀਂ ਸੀ। ਜਦੋਂ ਤੂੰ ਕੰਡਿਆਂ ਤੇ ਪੈਰ ਰੱਖਦਾ ਸੀ, ਭਾਵੇਂ ਤੈਨੂੰ ਦੁੱਖ ਤਕਲੀਫ ਨਹੀਂ ਸੀ ਮਾਲੂਮ ਹੁੰਦੀ, ਪਰ ਉਹ ਕੰਡੇ ਸਾਨੂੰ ਵੱਜ ਰਹੇ ਸਨ। ਤੂੰ ਕੰਡਿਆਲੀਆਂ ਝਾੜੀਆਂ ਦੇ ਵਿੱਚ ਤੁਰਿਆ ਫਿਰਦਾ ਸੀ, ਤੈਨੂੰ ਕੁਛ ਵੀ ਮਾਲੂਮ ਨਹੀਂ ਸੀ ਹੋ ਰਿਹਾ, ਪਰ ਉਹ ਕੰਡੇ ਸਾਨੂੰ ਵੱਜ ਰਹੇ ਸਨ, ਕਿਉਂਕਿ ਤੂੰ ਪਿਆਰ ਦੇ ਵਿੱਚ ਮਗਨ ਹੋ ਕੇ ਇਹ ਬਾਣੀ ਪੜ੍ਹ ਰਿਹਾ ਸੀ। ਇਸ ਲਈ ਗੁਰਸਿੱਖਾ, ਇਹ ਬਾਣੀ ਦਾ ਪਾਠ ਆਪਣੇ ਆਸਨ ਤੇ ਬੈਠ ਕੇ ਪਹਿਲਾਂ 5 ਇਸ਼ਨਾਨਾ ਕਰਨਾ ਹੈ ਤੇ ਫਿਰ ਸਿਰਹਾਣੇ ਵੱਲ ਮੂੰਹ ਕਰਕੇ ਹੱਥ ਜੋੜ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਦਾ ਧਿਆਨ ਕਰਕੇ ਇਸ ਬਾਣੀ ਨੂੰ ਇਕਾਗਰ ਚਿੱਤ ਹੋ ਕੇ ਪੜ੍ਹਨਾ ਹੈ। ਔਰ ਜਿਹੜਾ ਵੀ ਗੁਰਸਿੱਖ ਮਾਈ ਭਾਈ ਇਸ ਬਾਣੀ ਦਾ ਪਾਠ ਇਕਾਗਰਤਾ ਨਾਲ ਕਰਕੇ ਸੌਂਦਾ ਹੈ ਔਰ ਉਸ ਨੂੰ ਰਾਤ ਨੂੰ ਮਾੜੇ ਸੁਪਨੇ ਨਹੀਂ ਆਉਣਗੇ। ਦੂਸਰਾ ਇਸ ਦਾ ਫਾਇਦਾ ਇਹ ਹੋਵੇਗਾ, ਜੇ ਅਚਾਨਕ ਉਸ 'ਤੇ ਸੁੱਤੇ ਪਿਆਂ ਵੀ ਸਵਾਸ ਨਿਕਲ ਗਏ, ਉਹ ਕਦੇ ਨਰਕਾਂ ਦੇ ਵਿੱਚ ਨਹੀਂ ਜਾਵੇਗਾ। ਇਹ ਗੁਰਬਾਣੀ ਉਸ ਨੂੰ ਗੁਰੂ ਨਾਨਕ ਦੇ ਘਰ ਹੀ ਲੈ ਜਾਵੇਗੀ। ਇਸ ਲਈ ਇਸ ਬਾਣੀ ਦਾ ਪਾਠ ਸੌਣ ਵੇਲੇ ਤੇ ਆਖੀਰ ਜਦੋਂ ਕੋਈ ਗੁਰਸਿੱਖ ਚੜ੍ਹਾਈ ਕਰ ਜਾਂਦਾ ਹੈ, ਉਹਦੇ ਸੰਸਕਾਰ ਦੇ ਸਮੇਂ ਉਚਾਰਨ ਕੀਤਾ ਜਾਂਦਾ ਹੈ, ਕਿਉਂਕਿ ਇਹ ਬਾਣੀ ਲੋਕ ਤੇ ਪ੍ਰਲੋਕ ਵਿੱਚ ਸਾਡੀ ਸਹਾਇਤਾ ਕਰਦੀ ਹੈ। ਇਸ ਬਾਣੀ ਦੇ ਨਾਲ ਇੱਕ ਹੋਰ ਵੀ ਇਤਿਹਾਸਕ ਪ੍ਰਸੰਗ ਜੁੜਿਆ ਹੋਇਆ ਹੈ, ਜੋ ਪੁਰਾਤਨ ਗੁਰਸਿੱਖ ਮਹਾਂਪੁਰਖ ਵੀ ਤੇ ਟਕਸਾਲ ਦੇ ਮਹਾਂਪੁਰਖ ਵੀ ਉਹ ਵੀ ਘਟਨਾ ਸਰਵਣ ਕਰਵਾਉਂਦੇ ਸਨ। ਇਹ ਕੋਈ ਸੌਦਾਗਰ ਸਿੱਖ ਸੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਇਆ, ਆ ਕੇ ਬੇਨਤੀ ਕੀਤੀ, ਕਹਿਣ ਲੱਗਾ, ਸੱਚੇ ਪਾਤਸ਼ਾਹ, ਮੈਂ ਸੌਦਾਗਰ ਹਾਂ, ਘੋੜਿਆਂ ਦਾ ਵਪਾਰ ਕਰਦਾ ਹਾਂ, ਪਰ ਕਈ ਵਾਰ ਐਸਾ ਹੋ ਜਾਂਦਾ ਹੈ ਸਾਨੂੰ ਬਾਹਰ ਜੰਗਲ ਦੇ ਵਿੱਚ ਹੀ ਤਬੇਲਾ ਲਾਉਣਾ ਪੈਂਦਾ ਹੈ ਤੇ ਕਈ ਵਾਰੀ ਚੋਰ ਆਦਮੀ ਸਾਡੇ ਪਿੱਛੇ ਲੱਗ ਜਾਂਦੇ ਨੇ ਤੇ ਸਾਡੇ ਘੋੜਿਆਂ ਨੂੰ ਚੁਰਾ ਕੇ ਲੈ ਜਾਂਦੇ ਨੇ। ਆਪ ਕੋਈ ਐਸਾ ਮੰਤਰ ਦਿਓ, ਕੋਈ ਐਸਾ ਸ਼ਬਦ ਦਿਓ ਜਿਹਦੇ ਨਾਲ ਸਾਡੀ ਰੱਖਿਆ ਹੋ ਸਕੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਗੁਰਸਿੱਖ ਨੂੰ ਆਖਿਆ, ਗੁਰਸਿੱਖਾ, ਤੂੰ ਸੋਹਲੇ ਬਾਣੀ ਦਾ ਪਾਠ ਕਰਿਆ ਕਰ। ਤਾਂ ਉਸਨੇ ਸੋਹਲੇ ਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਅਤੇ ਨਾਲ ਹੀ ਸਤਿਗੁਰੂ ਨੇ ਇਹ ਵੀ ਹੁਕਮ ਕੀਤਾ, ਗੁਰਸਿੱਖਾ, ਕੁਝ ਰੱਖਿਆ ਦੇ ਸ਼ਬਦ ਵੀ ਪੜ੍ਹਿਆ ਕਰ। ਜਿਹੜੇ ਰੱਖਿਆ ਦੇ ਸ਼ਬਦ ਨੇ, ਭਾਵੇਂ ਆਮ ਸੰਗਤਾਂ ਵਿੱਚ ਇਹ ਗੱਲ ਘੱਟ ਪ੍ਰਚਲਿਤ ਹੋਈ ਹੈ, ਦਮਦਮੀ ਟਕਸਾਲ ਤੇ ਹੋਰ ਪੁਰਾਤਨ ਸੰਪਰਦਾਵਾਂ ਦੇ ਵਿੱਚ ਉਹਨਾਂ ਸ਼ਬਦਾਂ ਦਾ ਸੋਹਲੇ ਬਾਣੀ ਤੋਂ ਪਹਿਲਾਂ ਪਾਠ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਰੱਖਿਆ ਦੇ ਸ਼ਬਦ ਕਿਹਾ ਜਾਂਦਾ ਹੈ। ਔਰ ਉਹ 4 ਸ਼ਬਦ ਨੇ ਔਰ ਉਹਨਾਂ ਦਾ ਪਾਠ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਵੀ ਹੁੰਦਾ ਹੈ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਪਰ ਉੱਥੇ 3 ਤਾਂ ਉਹੀ ਸ਼ਬਦ ਨੇ ਤੇ ਚੌਥੇ ਸ਼ਬਦ ਦੀ ਥਾਂ ਤੇ ਸਿਰ ਮਸਤਕ ਰੱਖਿਆ ਪਾਰ ਬ੍ਰਹਮ ਹਸਤ ਕਾਇਆ ਰੱਖਿਆ ਪਰਮੇਸ਼ਰੈ, ਉਸ ਸ਼ਲੋਕ ਦਾ ਪਾਠ ਕੀਤਾ ਜਾਂਦਾ ਹੈ। ਜਿਹੜੇ ਪਹਿਲੇ 3 ਸ਼ਬਦ ਨੇ, ਸੋਰਠ ਮਹੱਲਾ 5ਵਾਂ, ਗੁਰ ਕਾ ਸ਼ਬਦ ਰਖਵਾਰੇ ਚੌਕੀ ਚੋ ਗਿਰਦ ਹਮਾਰੇ, ਉਹ ਰੱਖਿਆ ਦੇ ਸ਼ਬਦ ਨੇ। ਤਾਤੀ ਵਾਵ ਨਾ ਲੱਗਈ ਪਾਰ ਬ੍ਰਹਮ ਸਰਨਾਈ, ਸ਼ਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁਟੈ ਨਿਕਟ ਨਾ ਜਾਈਓ ਦੂਤ, ਤੇ ਫਿਰ ਮਨ ਮੈਂ ਚਤਵੋ ਚਤਵਨੀ ਉਦਮ ਕਰੋ ਉਠਨੀਤ। ਇਹ 4 ਸ਼ਬਦਾਂ ਦਾ ਜਿਹੜੇ ਰੱਖਿਆ ਦੇ ਸ਼ਬਦ ਨੇ, ਇਹਨਾਂ ਦਾ ਵੀ ਪੁਰਾਤਨ ਗੁਰਸਿੱਖ ਪਾਠ ਕਰਦੇ ਸਨ ਔਰ ਇਹਦੀ ਆਰੰਭਤਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ ਤੋਂ ਹੋਈ, ਕਿਉਂਕਿ ਉਹਨਾਂ ਨੇ ਬਾਣੀ ਦੇ ਵਿੱਚ ਕੁਛ ਵਾਅਦੇ ਕੀਤੇ।
ਤੇ ਆਪ ਕੁਰਬਾਨੀ ਲਿਖਵਾਈ ਵੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਉਸ ਵਪਾਰੀ ਸਿੱਖ ਨੂੰ ਆਖਿਆ ਵੀ ਤੂੰ ਸੋਹਿਲੇ ਬਾਣੀ ਦੇ ਨਾਲੇ ਰੱਖਿਆ ਦੇ ਸ਼ਬਦ ਵੀ ਪੜ੍ਹਨੇ ਨੇ। ਤੇ ਉਸ ਵਪਾਰੀ ਨੇ ਸ਼ਬਦ ਲਿਖ ਲਏ ਤੇ ਉਹਨਾਂ ਨੂੰ ਯਾਦ ਕੀਤਾ। ਔਰ ਜਦੋਂ ਉਹ ਆਪਣੇ ਘੋੜਿਆਂ ਦੀ ਸੌਦਾਗਰੀ ਕਰ ਰਿਹਾ ਸੀ, ਇੱਕ ਦਿਨ ਦੀ ਵਾਰਤਾ ਹੈ, ਉਹ ਕਿਸੇ ਥਾਂ ਤੇ ਉਸਨੇ ਜਾ ਕੇ ਮੁਕਾਮ ਕੀਤਾ ਤੇ ਬਾਹਰ ਇਕਾਂਤ ਤੇ ਬਿਲਕੁਲ ਸੁੰਨਸਾਨ ਉਹ ਜਗ੍ਹਾ ਸੀ, ਕਿਉਂਕਿ ਘੋੜੇ ਸਨ। ਉਹਨਾਂ ਦਾ ਤਬੇਲਿਆ ਪਿੰਡ ਤੋਂ ਬਾਹਰ ਹੀ ਖੁੱਲ੍ਹੀ ਥਾਂ ਤੇ ਰੱਖਣਾ ਪੈਂਦਾ ਸੀ। ਔਰ ਕਹਿੰਦੇ ਨੇ ਉਸ ਗੁਰਸਿੱਖ ਨੇ ਤੰਬੂ ਲਾਇਆ, ਉਸ ਦੇ ਵਿੱਚ ਬੈਠ ਕੇ ਉਸਨੇ ਪਹਿਲਾਂ ਰਹਿਰਾਸ ਸਾਹਿਬ ਜੀ ਦਾ ਪਾਠ ਕੀਤਾ ਤੇ ਸਫ਼ਰ ਕਰਕੇ ਥੱਕਿਆ ਹੋਇਆ ਸੀ। ਜਦੋਂ ਕੀਰਤਨ ਸੋਹਿਲਾ ਪੜ੍ਹਨ ਲੱਗਿਆ ਤੇ ਉਸ ਨੂੰ ਵਿੱਚੇ ਹੀ ਨੀਂਦ ਆ ਗਈ। ਕਈ ਵਾਰ ਸਾਡੇ ਨਾਲ ਵੀ ਅਜਿਹਾ ਹੋ ਜਾਂਦਾ, ਜਦੋਂ ਆਦਮੀ ਬਹੁਤਾ ਥੱਕਿਆ ਹੁੰਦਾ ਹੈ ਤੇ ਉਸ ਵੇਲੇ ਬਾਣੀ ਪੜ੍ਹਦਿਆਂ ਨੀਂਦ ਆ ਜਾਂਦੀ ਹੈ। ਹੁਣ ਇਹ ਵਪਾਰੀ ਸਿੱਖ ਨੂੰ ਨੀਂਦ ਆ ਗਈ। ਜਦੋਂ ਨੀਂਦ ਆਈ ਤਾਂ ਕੀ ਹੋਇਆ, ਚੋਰ ਇਸ ਦੇ ਮਗਰ ਲੱਗੇ ਹੋਏ ਸਨ ਤੇ ਉਹਨਾਂ ਨੇ ਕੀ ਦੇਖਿਆ ਹੈ ਵੀ ਇਸ ਦੇ ਆਲੇ ਦੁਆਲੇ ਤਬੇਲੇ ਦੇ ਇੱਕ ਲੋਹੇ ਦਾ ਕੋਟ ਉਸਰਿਆ ਹੋਇਆ ਸੀ, ਪਰ ਉਹ ਹਾਲੇ ਅਧੂਰਾ ਸੀ, ਪੂਰਾ ਨਹੀਂ ਸੀ ਬਣਿਆ। ਉਹ ਜਿਹੜੇ ਚੋਰ ਸਨ ਤੇ ਉਸ ਤਬੇਲੇ ਦੇ ਅੰਦਰ ਚਲੇ ਗਏ। ਉਹਨਾਂ ਨੇ ਜਾ ਕੇ ਘੋੜੇ ਖੋਲ੍ਹਣੇ ਸ਼ੁਰੂ ਕਰ ਦਿੱਤੇ। ਉਧਰੋਂ ਗੁਰਸਿੱਖ ਨੂੰ ਫਿਰ ਜਾਗ ਆਈ। ਮਨ ਵਿੱਚ ਸੋਚਿਆ ਬਈ ਮੈਂ ਤੇ ਸੋਹਿਲੇ ਬਾਣੀ ਦਾ ਪਾਠ ਕਰ ਰਿਹਾ ਸੀ, ਵਿੱਚੇ ਹੀ ਨੀਂਦ ਆ ਗਈ। ਫਿਰ ਉਹਨੇ ਸਾਵਧਾਨ ਹੋ ਕੇ ਸੋਹਿਲੇ ਬਾਣੀ ਦਾ ਪਾਠ ਕੀਤਾ, ਰੱਖਿਆ ਦੇ ਸ਼ਬਦ ਪੜ੍ਹੇ। ਉਹਦਾ ਅਸਰ ਕੀ ਹੋਇਆ, ਕਹਿੰਦੇ ਨੇ ਲੋਹੇ ਦਾ ਫਿਰ ਦੁਬਾਰਾ ਪੂਰਾ ਕੋਟ ਉਸਰਿਆ। ਜਿਹੜੇ ਚੋਰ ਘੋੜੇ ਚੋਰੀ ਕਰਨ ਵਾਸਤੇ ਆਏ ਸਨ, ਉਸ ਲੋਹੇ ਦੇ ਕੋਟ ਦੇ ਵਿੱਚ ਹੀ ਘਿਰ ਕੇ ਰਹਿ ਗਏ। ਜਦੋਂ ਉਹ ਗੁਰਸਿੱਖ ਸਵੇਰੇ ਉੱਠਿਆ ਤੇ ਉਸਨੇ ਇਸ਼ਨਾਨ ਕੀਤਾ, ਜਪਜੀ ਸਾਹਿਬ ਜੀ ਦਾ ਪਾਠ ਕੀਤਾ ਤੇ ਆਪਣੇ ਘੋੜਿਆਂ ਦੇ ਤਬੇਲੇ ਵਿੱਚ ਗਿਆ ਤਾਂ ਕੀ ਵੇਖਿਆ, ਉੱਥੇ ਉਹ 4 ਚੋਰ ਤਬੇਲੇ ਦੇ ਵਿੱਚ ਹੀ ਲੁਕੇ ਹੋਏ ਸਨ। ਹੁਣ ਆਦਮੀ ਇਹਦੇ ਕੋਲ ਵੀ ਸਨ। ਇਹਦੇ ਨੌਕਰਾਂ ਚਾਕਰਾਂ ਨੇ ਉਹਨਾਂ ਚੋਰਾਂ ਨੂੰ ਜਾ ਫੜਿਆ ਤੇ ਉਸ ਵੇਲੇ ਉਸ ਗੁਰਸਿੱਖ ਸੌਦਾਗਰ ਨੇ ਉਹਨਾਂ ਚੋਰਾਂ ਨੂੰ ਆਖਿਆ ਵੀ ਤੁਸੀਂ ਦੱਸੋ ਇੱਥੇ ਕੀ ਲੈਣ ਆਏ ਸੀ। ਉਹ ਕਹਿਣ ਲੱਗੇ ਹੁਣ ਤੂੰ ਮਾਰ ਚਾਹੇ ਛੱਡ, ਅਸੀਂ ਤੈਨੂੰ ਸੱਚ ਕਹਿੰਦੇ ਹਾਂ, ਅਸੀਂ ਤੇਰੇ ਘੋੜੇ ਚੋਰੀ ਕਰਨ ਵਾਸਤੇ ਆਏ ਸੀ। ਫਿਰ ਉਹ ਕਹਿਣ ਲੱਗਾ ਤੁਸੀਂ ਘੋੜੇ ਚੋਰੀ ਕਰਕੇ ਕਿਉਂ ਨਹੀਂ ਲਗਾਏ। ਤਾਂ ਉਹਨਾਂ ਅੱਗੋਂ ਜਵਾਬ ਦਿੱਤਾ, ਕਹਿਣ ਲੱਗੇ ਅਸੀਂ ਲਿਜਾਂਦੇ ਕਿਵੇਂ। ਜਦੋਂ ਅਸੀਂ ਪਹਿਲੇ ਪਹਿਰ ਰਾਤ ਨੂੰ ਆਏ ਤਾਂ ਉਸ ਵੇਲੇ ਇੱਕ ਅਧੂਰਾ ਲੋਹੇ ਦਾ ਕੋਟ ਉਸਰਿਆ ਹੋਇਆ ਦਿਖਾਈ ਦਿੱਤਾ। ਜਦੋਂ ਅਸੀਂ ਤਬੇਲੇ ਵਿੱਚ ਪ੍ਰਵੇਸ਼ ਹੋ ਗਏ ਤੇ ਫਿਰ ਦੁਬਾਰਾ ਲੋਹੇ ਦਾ ਕੋਟ ਸੰਪੂਰਨ ਉਸਰ ਗਿਆ ਤੇ ਅਸੀਂ ਵਿੱਚੇ ਹੀ ਘਿਰ ਗਏ। ਇਹ ਤੇ ਸਵੇਰੇ ਜਦੋਂ ਦਿਨ ਚੜ੍ਹਿਆ ਤੇ ਤੁਸੀਂ ਉੱਪਰੋਂ ਆ ਕੇ ਸਾਨੂੰ ਪਕੜਿਆ ਤੇ ਹੁਣ ਸਾਨੂੰ ਪਤਾ ਲੱਗਿਆ ਵੀ ਉਹ ਲੋਹੇ ਦਾ ਕੋਟ ਵੀ ਤੇ ਉਹਦੇ ਨਾਲ ਹੀ ਆਲੋਪ ਹੋ ਗਿਆ। ਕਿਉਂਕਿ ਇਹ ਵੀ ਇੱਕ ਮਰਜ਼ਾਦਾ ਸੀ, ਕੀਰਤਨ ਸੋਹਿਲੇ ਬਾਣੀ ਤੋਂ ਪਿੱਛੋਂ ਹੋਰ ਬਾਣੀ ਨਹੀਂ ਪੜ੍ਹੀ ਜਾਂਦੀ, ਕੇਵਲ ਸਿਮਰਨ ਕੀਤਾ ਜਾਂਦਾ। ਫਿਰ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਵੀ ਜ਼ਰੂਰੀ ਕਰਨਾ ਚਾਹੀਦਾ। ਇਹ ਜਿਹੜਾ ਲੋਹੇ ਦਾ ਕਿਲਾ ਉਸਰਿਆ ਹੁੰਦਾ ਹੈ, ਸਵੇਰੇ ਜਪਜੀ ਸਾਹਿਬ ਜੀ ਦੇ ਪਾਠ ਦੇ ਨਾਲ ਉਹਦਾ ਜਿੰਦਰਾ ਖੁੱਲ੍ਹ ਜਾਂਦਾ, ਉਹ ਲੋਹ ਕੋਟ ਆਲੋਪ ਹੋ ਜਾਂਦਾ। ਇਹ ਬਾਣੀ ਰਾਤ ਸਾਡੀ ਰੱਖਿਆ ਵਾਸਤੇ ਕਵਚ ਹੈ, ਇੱਕ ਸੰਜੋ ਹੈ। ਇਸ ਲਈ ਇਸ ਬਾਣੀ ਨੂੰ ਹਰ ਗੁਰਸਿੱਖ ਮਾਈ ਭਾਈ ਨੂੰ ਪੜ੍ਹਨਾ ਚਾਹੀਦਾ ਹੈ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਉਧਾਰ ਹਿਤ ਹੀ ਕੁਝ ਖਾਸ ਬਾਣੀਆਂ ਚੋਣਵੀਆਂ ਉਚਾਰਨ ਕੀਤੀਆਂ ਨੇ, ਜਿਨ੍ਹਾਂ ਨੂੰ ਹਰ ਰੋਜ਼ ਗੁਰਸਿੱਖਾਂ ਨੂੰ ਪਾਠ ਤੇ ਨਿਤਨੇਮ ਕਰਨ ਦੀ ਸਤਿਗੁਰੂ ਨੇ ਆਗਿਆ ਬਖਸ਼ਿਸ਼ ਕੀਤੀ ਹੈ। ਲੋ ਅੱਜ ਇਹ ਸੋਹਿਲੇ ਬਾਣੀ ਦਾ ਆਪ ਵਿਚਾਰ ਸਰਵਣ ਕਰੋ। ਇਸ ਪਾਵਨ ਸੋਹਿਲੇ ਬਾਣੀ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਨੂੰ ਆਪ 5 ਸ਼ਬਦਾਂ ਦੇ ਜੋੜ ਦੇ ਵਿੱਚ ਤਕਸੀਮ ਕੀਤਾ ਹੈ। ਕਿਉਂਕਿ ਜਪਜੀ ਸਾਹਿਬ ਜੀ ਦੀਆਂ 38 ਪੌੜੀਆਂ ਸਨ ਤੇ ਅਖੀਰ ਤੇ ਆਰੰਭ ਦੇ ਵਿੱਚ ਸ਼ਲੋਕ ਸੀ ਤੇ ਰਹਿਰਾਸ ਸਾਹਿਬ ਜੀ ਦੇ ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਕੇਵਲ 5 ਸ਼ਬਦ ਪੜ੍ਹੇ ਜਾਂਦੇ ਸਨ, ਪਰ ਉਹਦੇ ਵਿੱਚ ਚੌਥੇ ਪਾਤਸ਼ਾਹ ਤੇ 5ਵੇਂ ਪਾਤਸ਼ਾਹ ਦੇ ਕੁਝ ਸ਼ਬਦ ਰਲ ਗਏ। ਇਸ ਢੰਗ ਦੇ ਨਾਲ 9 ਸ਼ਬਦ ਰਹਿਰਾਸ ਸਾਹਿਬ ਜੀ ਦੇ ਪਾਠ ਦੇ ਵਿੱਚ ਸਾਰੇ ਹਜ਼ੂਰ ਨੇ ਲਿਖੇ
ਤੇ ਜਿਹੜਾ ਸੋਹਿਲਾ ਬਾਣੀ ਹੈ ਗੁਰੂ ਨਾਨਕ ਸਾਹਿਬ ਦੇ ਸਮੇਂ ਕੇਵਲ 3 ਸ਼ਬਦਾਂ ਦਾ ਹੀ ਪਾਠ ਹੁੰਦਾ ਸੀ। ਪੰਜਵੇਂ ਗੁਰਦੇਵ ਨੇ ਇੱਕ ਚੌਥੇ ਤੇ ਪੰਜਵੇਂ ਪਾਤਸ਼ਾਹ ਦਾ ਸ਼ਬਦ ਲਿਖ ਕੇ ਤੇ 5 ਸ਼ਬਦਾਂ ਦਾ ਜੋੜ ਸੋਹਿਲੇ ਬਾਣੀ ਨੂੰ ਬਣਾਇਆ ਹੈ। ਸੋਹਿਲਾ ਬਾਣੀ ਦਾ ਨਾਮ ਹੈ। ਸੋਹਿਲੇ ਦਾ ਅਰਥ ਹੈ ਮੰਗਲਮਈ ਗੀਤ, ਖੁਸ਼ੀਆਂ ਤੇ ਖੇੜਿਆਂ ਭਰਿਆ ਗੀਤ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪਵਿੱਤਰ ਬਾਣੀ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਉਚਾਰਨ ਕੀਤੀ ਹੈ। ਇਸ ਲਈ ਇਹਦਾ ਨਾਮ ਸੋਹਿਲਾ ਸਤਿਗੁਰੂ ਨੇ ਰੱਖਿਆ ਹੈ। ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਰਾਗ ਗੌੜੀ ਦੀਪਕੀ ਗੌੜੀ ਰਾਗ ਦੀ ਜਾਤੀ ਹੈ। ਗੌੜੀ ਰਾਗ ਦੀਆਂ 12 ਜਾਤੀਆਂ ਨੇ, 12 ਕਿਸਮਾਂ ਨੇ। ਜਿਵੇਂ ਅੱਗੇ ਚੱਲ ਕੇ ਗੌੜੀ ਗੁਆਰੇਰੀ ਅਤੇ ਹੋਰ ਕਈ ਵੱਖੋ ਵੱਖਰੀਆਂ ਗੁਰੂ ਮਹਾਰਾਜ ਨੇ ਉੱਥੇ ਕਿਸਮਾਂ ਲਿਖੀਆਂ ਨੇ, ਪਰ ਇਹ ਰਾਗ ਗੌੜੀ ਦੀਪਕੀ, ਇਹ ਦੀਪਕੀ ਗੌੜੀ ਰਾਗ ਦੀ ਇੱਕ ਜਾਤੀ ਹੈ। ਉਹਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ ਹੈ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਇਹ ਰਚਨਾ ਹੈ। ਆਰੰਭ ਦੇ ਵਿੱਚ ਸਤਿਗੁਰੂ ਮੰਗਲਾਚਰਨ ਲਿਖਦੇ ਹਨ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰਮੁਖੋ ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤ ਨਾਸ ਤੋਂ ਰਹਿਤ ਹੈ, ਤੇ ਗੁਰ ਪ੍ਰਸਾਦ ਉਹ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਜਿਹੜਾ ਇੱਕ ਓੰਕਾਰ ਪਰਮੇਸ਼ਰ ਦਾ ਨਾਮ ਹੈ, ਸਤ ਉਸ ਦਾ ਵਿਸ਼ੇਸ਼ਣ ਹੈ ਵੀ ਉਹ ਇੱਕ ਓੰਕਾਰ ਵਾਹਿਗੁਰੂ ਸਤ ਹੈ, ਕਦੀ ਨਾਸ ਹੋਣ ਵਾਲਾ ਨਹੀਂ। ਗੁਰ ਪ੍ਰਸਾਦ ਉਹਦੀ ਪ੍ਰਾਪਤੀ ਦਾ ਵਸੀਲਾ ਹੈ। ਰਹਾਉ ਦੀਆਂ ਪੰਕਤੀਆਂ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸੰਬੋਧਨ ਕਰਕੇ ਇਹ ਉਪਦੇਸ਼ ਦੇ ਰਹੇ ਹਨ, ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ। ਇੱਥੇ ਨਿਰਭਉ ਦਾ ਅਰਥ ਹੈ ਨਿਰਭਉ ਅਕਾਲ ਪੁਰਖ ਨੂੰ ਆਖਿਆ, ਕਿਉਂਕਿ ਹਜ਼ੂਰ ਨੇ ਕੇਵਲ ਉਸ ਅਕਾਲ ਪੁਰਖ ਨੂੰ ਹੀ ਨਿਰਭਉ ਬਾਣੀ ਵਿੱਚ ਲਿਖਿਆ ਹੈ। ਤੁਸੀਂ ਮੂਲ ਮੰਤਰ ਪੜ੍ਹੋ, ਮੂਲ ਮੰਤਰ ਦੇ ਵਿੱਚ ਵੀ ਅਕਾਲ ਪੁਰਖ ਨੂੰ ਨਿਰਭਉ ਤੇ ਨਿਰਵੈਰ ਸ਼ਬਦਾਂ ਨਾਲ ਸਤਿਗੁਰੂ ਨੇ ਸੰਬੋਧਨ ਕੀਤਾ ਹੈ। ਹਜ਼ੂਰ ਨੇ ਇੱਥੇ ਕੇਵਲ ਨਿਰਭਉ ਸ਼ਬਦ ਦੁਆਰਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲਿਖਿਆ ਹੈ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਗੁਰਮੁਖੋ ਤੁਸੀਂ ਉਸ ਮੇਰੇ ਨਿਰਭਉ ਪੈ ਤੋਂ ਰਹਿਤ ਤੇ ਪੈ ਤੋਂ ਰਹਿਤ ਕਰਨ ਵਾਲਾ ਜੋ ਅਕਾਲ ਪੁਰਖ ਵਾਹਿਗੁਰੂ ਹੈ, ਜਿਨ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ, ਤਿਨ ਕਾ ਪਾਉ ਸਭ ਗੁਆਸੀ, ਤੁਸੀਂ ਉਹਦਾ ਸੋਹਿਲਾ ਗਾਓ। ਸੋਹਿਲੇ ਦਾ ਅਖਰੀ ਅਰਥ ਹੈ ਖੁਸ਼ੀ ਦਾ ਗੀਤ, ਸਿਫਤ ਦਾ ਗੀਤ, ਜਾਂ ਸਿੱਧਾ ਕਹਿ ਦਿਓ ਸੋਹਿਲੇ ਦਾ ਅਰਥ ਹੈ ਜਸ। ਬਈ ਤੁਸੀਂ ਉਸ ਵਾਹਿਗੁਰੂ ਪਰਮੇਸ਼ਰ ਦਾ ਜਸ ਗਾਓ। ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ। ਅਸੀਂ ਕੁਰਬਾਨ ਜਾਣੇ ਹਾਂ ਉਹਨਾਂ ਗੁਰਮੁਖਾਂ ਪਿਆਰਿਆਂ ਤੋਂ ਜਿਹੜੇ ਵਾਹਿਗੁਰੂ ਦਾ ਸੋਹਿਲਾ ਜਸ ਗਾਉਂਦੇ ਨੇ। ਜਿਤ ਸੋਹਿਲਾ, ਜਿਸ ਸੋਹਿਲੇ ਦੀ ਬਰਕਤ ਦੇ ਨਾਲ ਸਦਾ ਸੁਖ ਹੋਏ, ਸਾਨੂੰ ਸदैवी ਸੁਖ, ਆਤਮਕ ਸੁਖ, ਸੱਚਾ ਸੁਖ ਪ੍ਰਾਪਤ ਹੋ ਜਾਂਦਾ ਹੈ। ਕਿਉਂਕਿ ਇਹ ਜੋ ਪਵਿੱਤਰ ਬਾਣੀ ਹੈ, ਸੋਹਿਲਾ ਬਾਣੀ ਹੈ, ਜਦੋਂ ਕੋਈ ਇੱਕ ਮਨ ਇੱਕ ਚਿੱਤ ਹੋ ਕੇ ਇਹਦਾ ਪਾਠ ਕਰੇਗਾ ਔਰ ਉਸ ਨੂੰ ਹਮੇਸ਼ਾ ਲਈ ਸੁਖ ਪ੍ਰਾਪਤ ਹੋਵੇਗਾ। ਕਈ ਵਾਰੀ ਸਾਨੂੰ ਰਾਤ ਨੂੰ ਡਰਾਉਣੇ ਸੁਪਨੇ ਆਉਂਦੇ ਨੇ, ਜਾਂ ਕਈ ਵਾਰੀ ਕਹਿੰਦੇ ਸਾਨੂੰ ਰਾਤ ਨੂੰ ਡਰ ਲੱਗਦਾ ਹੈ। ਭਾਈ ਤੁਸੀਂ ਸੋਹਿਲੇ ਬਾਣੀ ਦਾ ਪਾਠ ਕਰੋ, ਪਰ ਕਰੋ ਇੱਕ ਮਨ ਇੱਕ ਚਿੱਤ ਹੋ ਕੇ। ਕਈ ਵਾਰੀ ਅਸੀਂ ਚਲੋ ਪਾਠ ਤਾਂ ਕਰਦੇ ਹਾਂ ਪਰ ਮਨ ਨਹੀਂ ਜੁੜਦਾ, ਪਰ ਜਦੋਂ ਸੋਹਿਲੇ ਬਾਣੀ ਦਾ ਪਾਠ ਕਰਨਾ ਹੈ, ਅੰਤਰ ਧਿਆਨ ਇਕਾਗਰ ਚਿੱਤ ਹੋ ਕੇ ਕਰੋ, ਫਿਰ ਉਹਦਾ ਫਲ ਹੈ ਸਦਾ ਸੁਖ ਹੋਏ, ਹਮੇਸ਼ਾ ਲਈ ਤੁਹਾਨੂੰ ਸੁਖ ਪ੍ਰਾਪਤ ਹੋਵੇਗਾ। ਲਓ ਹੁਣ ਆਰੰਭ ਤੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਉਚਾਰਨ ਕਰਨ ਦਾ ਢੰਗ ਤਰੀਕਾ ਸਾਨੂੰ ਕਿਵੇਂ ਸਮਝਾ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।